ਹੈਲੋ ਸਟੂਡੈਂਟਸ। ਸਭ ਤੋਂ ਪਹਿਲਾਂ ਮੈਂ ਵੈਲਕਮ ਕਰਦੀ ਹਾਂ ਜਿਹੜੇ ਸਟੂਡੈਂਟਸ ਨੇ ਮੈਡੀਕਲ ਚੂਜ਼ ਕੀਤਾ। ਐਂਡ ਇੱਥੇ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਜਦੋਂ ਬੱਚੇ ਐਂਟਰ ਕਰਦੇ ਨੇ ਮੈਡੀਕਲ ਦੇ ਵਿੱਚ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਹੋ ਸਕਦਾ ਸਬਜੈਕਟ ਔਖਾ ਹੋਵੇ ਜਾਂ ਮੈਨੂੰ ਸਮਝ ਨਾ ਆਵੇ। ਇੱਦਾਂ ਦਾ ਕੁਛ ਨਹੀਂ ਹੁੰਦਾ। ਬਸ ਕੁਝ ਕੁ ਬੱਚੇ ਬੇਸਿਕ ਹੁੰਦੇ ਨੇ ਜਿਹੜੇ ਤੁਹਾਨੂੰ ਕਲੀਅਰ ਹੋ ਜਾਣ ਤਾਂ ਉਸ ਤੋਂ ਬਾਅਦ ਤੁਹਾਨੂੰ ਪੂਰੀ ਬੁੱਕ ਈਵਨ ਕਿ ਪੂਰੀ ਲਾਈਫ ਦੇ ਵਿੱਚ ਜੇ ਬੇਸਿਕ ਕਲੀਅਰ ਹੋਣ ਨਾ ਕਿਸੇ ਚੀਜ਼ ਦੇ, ਤਾਂ ਉਸ ਤੋਂ ਬਾਅਦ ਤੁਹਾਨੂੰ ਕਿਤੇ ਵੀ ਦਿੱਕਤ ਨਹੀਂ ਆਉਂਦੀ। ਠੀਕ ਹੈ। ਸੋ ਸਭ ਤੋਂ ਪਹਿਲਾਂ ਬਾਇਓਲੋਜੀ ਪੜ੍ਹਨ ਦੇ ਲਈ ਅਸੀਂ ਬਾਇਓਲੋਜੀ ਦਾ ਮੀਨਿੰਗ ਪੜ੍ਹਾਂਗੇ। ਵਾਟ ਇਜ਼ ਬਾਇਓਲੋਜੀ? ਸੋ ਲੈਟ ਸਟਾਰਟ। ਬਾਇਓਲੋਜੀ ਮਤਲਬ ਬਾਇਓ ਪਲੱਸ ਲੌਜੀ। ਇਹਦਾ ਮਤਲਬ ਕੀ ਹੈ ਕਿ ਬਾਇਓ ਦਾ ਮਤਲਬ ਕੀ ਹੁੰਦਾ? ਲਿਵਿੰਗ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਲਾਈਫ। ਠੀਕ ਹੈ। ਤਾਂ ਲੌਜੀ ਦਾ ਮਤਲਬ ਜਿੱਥੇ ਵੀ ਲੌਜੀ ਵਰਡ ਆ ਜਾਂਦਾ ਹੈ ਸਾਇੰਸ ਦੇ ਵਿੱਚ, ਉਹਦਾ ਮਤਲਬ ਕੀ ਹੁੰਦਾ? ਸਟੱਡੀ ਹੀ ਹੁੰਦਾ। ਠੀਕ ਹੈ। ਤਾਂ ਲਿਵਿੰਗ ਦੀ ਸਟੱਡੀ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਲਾਈਫ ਦੀ ਸਟੱਡੀ, ਦਿਸ ਇਜ਼ ਨੋਨ ਐਜ਼ ਬਾਇਓਲੋਜੀ। ਠੀਕ ਹੈ। ਇਹਦੇ ਵਿੱਚ ਅਸੀਂ ਲਾਈਫ ਦੀ ਸਟੱਡੀ ਕਰਨੀ ਹੈ। ਕਿਹੜੀਆਂ ਚੀਜ਼ਾਂ ਜਿਹੜੀਆਂ ਲਿਵਿੰਗਸ ਹੋਣਗੀਆਂ ਉਹਨਾਂ ਦੀ ਲਾਈਫ। ਠੀਕ ਹੈ। ਟੋਟਲੀ ਆਪਾਂ ਲਿਵਿੰਗਸ ਦੇ ਵਿੱਚ ਐਨੀਮਲਸ ਜਿਹੜੇ ਹੈਗੇ ਆ ਸਾਰੇ, ਹੈ ਨਾ, ਹਿਊਮਨ ਬੀਇੰਗਸ ਸਪੈਸ਼ਲੀ ਆਪਾਂ ਸਟੱਡੀ +1 ਦੇ ਵਿੱਚ ਉਹਦੇ 'ਤੇ ਜ਼ਿਆਦਾ ਕਰਨੀ ਆ, ਹੈ ਨਾ, ਕਿਉਂਕਿ ਆਪਣੇ ਸਿਲੇਬਸ ਦੇ ਵਿੱਚ ਆ। ਐਂਡ ਸੈਕੰਡਲੀ ਆਪਾਂ ਪਲਾਂਟਸ ਦੀ ਵੀ। ਤਾਂ ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਬਾਇਓਲੋਜੀ ਕੀ ਹੋਗੀ? ਲਾਈਫ ਸਟੱਡੀ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਲਿਵਿੰਗ ਸਟੱਡੀ। ਠੀਕ ਹੈ। ਦ ਸਟੱਡੀ ਆਫ ਲਿਵਿੰਗ ਬੀਇੰਗਸ, ਆਪਾਂ ਡੈਫੀਨੇਸ਼ਨ ਵੀ ਲਿਖ ਸਕਦੇ ਹਾਂ। ਦ ਸਟੱਡੀ ਆਫ ਲਿਵਿੰਗ ਥਿੰਗਸ, ਲਿਵਿੰਗ ਬੀਇੰਗਸ ਇਜ਼ ਕਾਲਡ ਬਾਇਓਲੋਜੀ। ਠੀਕ ਹੈ। ਜਾਂ ਫਿਰ ਇੱਥੇ ਤੁਸੀਂ ਇਹਨੂੰ ਡੈਫੀਨੇਸ਼ਨ ਥੋੜ੍ਹਾ ਵੱਡਾ ਕਰ ਸਕਦੇ ਹੋ। ਇਟ ਇਜ਼ ਅ ਬ੍ਰਾਂਚ ਆਫ ਸਾਇੰਸ ਵਿਚ ਡੀਲਸ ਵਿਦ ਦ ਸਟੱਡੀ ਆਫ ਲਿਵਿੰਗ ਥਿੰਗਸ ਔਰ ਲਿਵਿੰਗਸ ਇਜ਼ ਕਾਲਡ ਬਾਇਓਲੋਜੀ। ਠੀਕ ਹੈ। ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਫਾਦਰ। ਠੀਕ ਹੈ। ਹਰੇਕ ਸਬਜੈਕਟ ਦਾ ਇੱਕ ਫਾਦਰ ਹੁੰਦਾ। ਠੀਕ ਹੈ। ਫਾਦਰ ਆਫ ਬਾਇਓਲੋਜੀ ਕੌਣ ਹੈ? ਐਰਿਸਟੋਟਲ। ਠੀਕ ਹੈ। ARISTOTLE, ਐਰਿਸਟੋਟਲ। ਉਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਨੇ ਕਿ ਬਾਇਓਲੋਜੀ ਦੀਆਂ ਬ੍ਰਾਂਚਸ ਨੇ ਕੁਝ। ਠੀਕ ਹੈ। ਜਿਹੜੀਆਂ ਆਪਾਂ ਸਟੱਡੀ ਕਰਦੇ ਹਾਂ ਡਿਫਰੈਂਟ ਤਰੀਕਿਆਂ ਦੇ ਨਾਲ। ਬ੍ਰਾਂਚਸ ਆਫ, ਵੈਸੇ ਇਹਦੀਆਂ ਸਭ ਬ੍ਰਾਂਚਸ ਬਹੁਤ ਹੈਗੀਆਂ, ਪਰ ਜਿਹੜੀਆਂ ਮੇਨ ਬ੍ਰਾਂਚਸ ਨੇ ਉਹ ਦੋ ਹੀ ਨੇ। ਠੀਕ ਹੈ। ਇੱਕ ਹੈਗੀ ਹੈ ਜੀਓਲੋਜੀ ਅਤੇ ਦੂਸਰੀ ਹੈਗੀ ਹੈ ਬੋਟਨੀ। ਤਾਂ ਜੀਓਲੋਜੀ ਕੀ ਆ? ਵਟ ਇਜ਼ ਅ ਜੀਓਲੋਜੀ? ਇੱਥੇ ਅਸੀਂ ਲਿਖਦੇ ਹੁੰਦੇ ਹਾਂ ਇਟ ਇਜ਼ ਅ ਬ੍ਰਾਂਚ ਆਫ ਬਾਇਓਲੋਜੀ। ਠੀਕ ਹੈ। ਵਿਚ ਡੀਲਸ ਵਿਦ ਦ ਸਟੱਡੀ ਆਫ ਐਨੀਮਲਸ, ਜਿਹਦੇ ਵਿੱਚ ਅਸੀਂ ਸਾਰੇ ਐਨੀਮਲਸ ਦੀ ਸਟੱਡੀ ਕਰਦੇ ਹਾਂ। ਦਿਸ ਇਜ਼ ਨੋਨ ਐਜ਼ ਜੀਓਲੋਜੀ। ਤਾਂ ਇਹਦਾ ਵੀ ਫਾਦਰ ਕੌਣ ਹੈ? ਐਰਿਸਟੋਟਲ ਆ। ਠੀਕ ਹੈ। ਤਾਂ ਫਾਦਰ ਕੌਣ ਹੋ ਗਿਆ? ਫਾਦਰ ਬਾਇਓਲੋਜੀ ਦਾ ਵੀ ਐਰਿਸਟੋਟਲ ਹੈ ਅਤੇ ਜੀਓਲੋਜੀ ਦਾ ਵੀ ਐਰਿਸਟੋਟਲ ਹੈ। ਸੈਕਿੰਡ ਆ ਗਿਆ ਜੀ ਬੋਟਨੀ। ਬੋਟਨੀ ਦੇ ਵਿੱਚ ਕੀ ਹੈ? ਇਟ ਇਜ਼ ਅ ਬ੍ਰਾਂਚ ਆਫ ਬਾਇਓਲੋਜੀ ਵਿਚ ਡੀਲਸ ਵਿਦ ਦ ਸਟੱਡੀ ਆਫ ਪਲਾਂਟਸ ਇਜ਼ ਨੋਨ ਐਜ਼ ਬੋਟਨੀ। ਜਿਹਦੇ ਵਿੱਚ ਅਸੀਂ ਸਾਰੇ ਪਲਾਂਟਸ ਦੀ ਸਟੱਡੀ ਕਰਨੀ ਆ, ਉਹ ਕੀ ਹੁੰਦੀ ਹੈ? ਬੋਟਨੀ ਹੁੰਦੀ ਆ। ਠੀਕ ਹੈ। ਬਟ ਇਹਦਾ ਫਾਦਰ ਹੁਣ ਐਰਿਸਟੋਟਲ ਨਹੀਂ ਹੈ। ਠੀਕ ਹੈ। ਇਹਦਾ ਕੀ ਆ? ਥੀਓਫਰੈਸਟਸ। ਥੀਓਫਰੈਸਟਸ ਹੈ ਜਿਹੜਾ, ਉਹ ਫਾਦਰ ਆਫ ਬੋਟਨੀ ਹੈ। ਫਾਦਰ ਆਫ ਬੋਟਨੀ। ਇਸ ਤੋਂ ਬਾਅਦ ਮੈਂ ਗੱਲ ਕਰੂੰਗੀ ਤੁਹਾਡੇ ਫਸਟ ਚੈਪਟਰ ਦੀ। ਠੀਕ ਹੈ। ਸੋ ਫਸਟ ਚੈਪਟਰ ਹੈ ਪੂਰਾ ਬੇਸਿਕ ਹੈ। ਠੀਕ ਹੈ। ਬੇਸਿਕਸ ਕਲੀਅਰ ਹੋਣਗੇ ਆਪਣੇ। ਤਾਂ ਫਸਟ ਚੈਪਟਰ ਦਾ ਨਾਮ ਹੈਗਾ ਜੀ ਦ ਲਿਵਿੰਗ ਵਰਡ। ਠੀਕ ਹੈ। ਪੂਰੇ ਜਿਹੜੇ ਹੈਗੇ ਆ ਸੰਜੀਵ ਹੈਗੇ ਆ, ਉਹਨਾਂ ਦੇ ਕਰੈਕਟਰਿਸਟਿਕਸ ਆ ਜਿਹੜੇ, ਉਹ ਟੋਟਲੀ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹਾਂਗੇ। ਸੋ ਇਸ ਤੋਂ ਪਹਿਲਾਂ ਮੈਂ ਇੱਕ ਦੋ ਚੀਜ਼ਾਂ ਕਲੀਅਰ ਕਰਨਾ ਚਾਹੁੰਦੀ ਹਾਂ। ਵਾਰ-ਵਾਰ ਇਹ 'ਚ ਵਰਡ ਆਏਗਾ ਕਿੰਗਡਮ, ਫਾਈਲਮ, ਕਲਾਸ, ਆਰਡਰ, ਜੀਨਸ, ਸਪੀਸੀਜ਼, ਹੈ ਨਾ। ਤਾਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਉਹ ਕੀ ਹੁੰਦੀਆਂ ਨੇ। ਠੀਕ ਹੈ। ਸੋ ਸਭ ਤੋਂ ਪਹਿਲਾਂ ਆਪਾਂ ਕਿੰਗਡਮ ਦੀ ਹੋਈ ਗੱਲ ਕਰ। ਹਾਂਜੀ, 5 ਕਿੰਗਡਮ ਨੇ ਆਪਣੇ ਕੋਲ। RH ਵਿਟੇਕਰ ਸੀਗਾ ਜਿਹੜਾ, ਉਹਨੇ ਕਿੰਗਡਮ ਜਿਹੜੇ ਦਿੱਤੇ ਸੀ 5। ਮੋਨੇਰਾ, ਕਿੰਗਡਮ ਪ੍ਰੋਟਿਸਟਾ, ਕਿੰਗਡਮ ਫੰਜਾਈ ਔਰ ਫੰਗੀ ਕਹਿੰਦੇ ਨੇ ਕਈ, ਐਂਡ ਕਿੰਗਡਮ ਪਲਾਂਟੀ, ਐਂਡ ਕਿੰਗਡਮ ਐਨੀਮੀਲੀਆ। ਠੀਕ ਹੈ। ਇਹ 5 ਕਿੰਗਡਮ ਨੇ ਮੇਨਲੀ। ਇਹਨਾਂ ਸਾਰਿਆਂ ਦੇ ਵਿੱਚ ਹੀ ਦੁਨੀਆ ਦੇ ਪੂਰੇ ਲਿਵਿੰਗਸ ਨੂੰ ਕੀ ਕਰ ਦਿੱਤਾ ਗਿਆ? ਸਮੇਟ ਦਿੱਤਾ ਗਿਆ ਕਹਿ ਸਕਦੇ ਹਾਂ। ਠੀਕ ਹੈ। ਜਾਂ ਫਿਰ ਉਹਨਾਂ ਨੂੰ ਡਿਵਾਈਡ ਕਰ ਦਿੱਤਾ ਗਿਆ। ਹੁਣ ਕੁਝ ਕੁ ਤਾਂ ਮਨੇਰਾ 'ਚ ਰੱਖੇ ਗਏ ਨੇ ਜੀਵ ਜੰਤੂ, ਕੁਝ ਪ੍ਰੋਟਿਸਟਾ ਦੇ ਵਿੱਚ, ਕੁਝ ਫੰਜਾਈ ਦੇ ਵਿੱਚ, ਕੁਝ ਪਲਾਂਟੀ ਦੇ ਵਿੱਚ ਅਤੇ ਕੁਝ ਐਨੀਮੀਲੀਆ ਦੇ ਵਿੱਚ। ਹੁਣ ਜੇ ਆਪਾਂ ਕਿੰਗਡਮ ਨੂੰ ਪੰਜਾਬੀ 'ਚ ਜਗਤ ਵੀ ਕਹਿ ਸਕਦੇ ਹਾਂ। ਇਹ ਹਾਈਐਸਟ ਗਰੁੱਪ ਆ। ਠੀਕ ਹੈ। ਹਾਈਐਸਟ ਆਪਾਂ ਕਹਿ ਸਕਦੇ ਹਾਂ ਸਭ ਤੋਂ, ਕਿ ਇਹ ਤੋਂ ਬਾਅਦ ਜਿਹੜੇ ਹੈਗੇ ਆਪਾਂ ਇਸ ਤੋਂ ਬਾਅਦ ਕਲਾਸੀਫਿਕੇਸ਼ਨ ਦੀ ਗੱਲ ਕਰਾਂਗੇ, ਉੱਥੇ ਕਿੰਗਡਮ ਈਜ਼ੀਲੀ ਸਮਝ ਆ ਜਾਏਗਾ, ਕਿਉਂਕਿ ਕਿੰਗਡਮ 'ਚ 5 ਹੀ ਜਿਹੜੇ ਹੈਗੇ ਨੇ ਫਾਈਲਮ ਆ ਰਹੇ ਨੇ ਅੱਗੇ। ਠੀਕ ਹੈ। ਸੌਰੀ, ਕਿੰਗਡਮ ਜਿਹੜਾ ਹੈਗਾ 5 ਡਿਵਾਈਡ ਹੋਇਆ ਮਨੇਰਾ, ਪ੍ਰੋਟਿਸਟਾ, ਫੰਜਾਈ, ਪਲਾਂਟੀ ਅਤੇ ਐਨੀਮੀਲੀਆ ਦੇ ਵਿੱਚ। ਤਾਂ ਮਨੇਰਾ ਦੇ ਵਿੱਚ ਕਿਹੜੇ ਆਰਗੈਨਿਜ਼ਮ ਰੱਖੇ ਜਾਂਦੇ ਨੇ? ਜਿਹੜੇ ਜਾਂ ਤਾਂ ਪ੍ਰੋਕੈਰੀਓਟਸ ਹੁੰਦੇ ਨੇ। ਪ੍ਰੋਕੈਰੀਓਟਿਕ ਮਤਲਬ ਜਿਨ੍ਹਾਂ ਦੇ ਵਿੱਚ ਨਿਊਕਲੀਅਸ ਚੰਗੀ ਤਰ੍ਹਾਂ ਵੈਲ ਡਿਵੈਲਪ ਨਹੀਂ ਹੁੰਦਾ, ਸੈੱਲ ਆਰਗਨਿਜ਼ ਵੀ ਨਹੀਂ ਹੁੰਦੀਆਂ, ਮਤਲਬ ਉਹੀ ਜਿਹੇ ਨੇ ਇਹ। ਠੀਕ ਆ। ਤਾਂ ਸਿੰਗਲ ਸੈੱਲ, ਜ਼ਿਆਦਾਤਰ ਜਿਹੜੇ ਸਿੰਗਲ ਸੈੱਲ ਆਰਗਨਿਜ਼ਮ ਆ ਉਹ ਇਹ 'ਚ ਰੱਖੇ ਜਾਂਦੇ ਨੇ। ਪ੍ਰੋਟਿਸਟਾ ਦੇ ਵਿੱਚ ਯੂਕੈਰੀਓਟਸ, ਜਿਨ੍ਹਾਂ ਦੇ ਵੈਲ ਡਿਵੈਲਪ ਨਿਊਕਲੀਅਰ ਵਾਲ, DNA ਮਟੀਰੀਅਲ, ਇਹਦੇ ਵਿੱਚ ਯੂਨੀਸੈਲਰ, ਇੱਕ ਸੈੱਲ ਵਾਲੇ ਵੀ ਅਤੇ ਬਹੁਤੇ ਸੈੱਲਾਂ ਵਾਲੇ ਵੀ ਰੱਖੇ ਜਾਣਗੇ।
ਜਿਹੜਾ ਕਿੰਗਡਮ ਫੰਜਾਈ ਆ ਦੁਨੀਆ ਦੀਆਂ ਸਾਰੀਆਂ ਉੱਲੀਆਂ ਹੈ ਜੋ ਫੰਜਾਈ ਕਿੰਗਡਮ 'ਚ ਕਾਊਂਟ ਕੀਤੀਆਂ ਜਾਂਦੀਆਂ। ਕਿੰਗਡਮ ਪਲਾਂਟੀ ਦੇ ਵਿੱਚ ਹਰਬ ਸ਼ਰਬ ਅਤੇ ਟਰੀ ਮਤਲਬ ਬੂਟੀਆਂ ਝਾੜੀਆਂ ਦਰਖਤ ਹਰੇਕ ਤਰ੍ਹਾਂ ਦੇ ਚਾਹੇ ਉਹ ਕਿਸੇ ਵੀ ਏਰੀਆ ਦੇ ਵਿੱਚ ਮਿਲ ਰਹੇ ਨੇ ਤਾਂ ਉਹ ਕਿੰਗਡਮ ਪਲਾਂਟੀ ਦੇ ਵਿੱਚ ਰੱਖੇ ਗਏ ਆ। ਬਾਅਦ 'ਚ ਅਸੀਂ ਗੱਲ ਕਰਦੇ ਹਾਂ ਐਨੀਮੀਲੀਆ ਦੀ, ਜਿਵੇਂ ਦੁਨੀਆ ਦੇ ਪੂਰੇ ਜੀਵ ਜੰਤੂ ਮਾਈਕਰੋਸਕੋਪਿਕ ਤੋਂ ਲੈ ਕੇ ਵੱਡੇ ਜੀਵ ਜੰਤੂ ਤੱਕ ਕਿੱਥੇ ਰੱਖੇ ਗਏ ਨੇ ਐਨੀਮੀਲੀਆ ਦੇ ਵਿੱਚ। ਤਾਂ ਇਹਨਾਂ ਨੂੰ ਅੱਗੇ ਕਲਾਸੀਫਿਕੇਸ਼ਨ 'ਚ ਡਿਵਾਈਡ ਕੀਤਾ ਜਿਹਦੀ ਅਸੀਂ ਅੱਗੇ ਗੱਲ ਕਰਦੇ ਹਾਂ। ਸੋ ਇੱਥੇ ਗੱਲ ਆ ਗਈ ਜੀ ਕਲਾਸੀਫਿਕੇਸ਼ਨ ਦੀ। ਤਾਂ ਕਲਾਸੀਫਿਕੇਸ਼ਨ ਕੀ ਹੁੰਦੀ ਹੈ? ਕਲਾਸੀਫਿਕੇਸ਼ਨ ਹੁੰਦੀ ਆ ਕਿ ਪਹਿਲਾਂ ਦੀ ਗੱਲ ਕਰਦੇ ਹਾਂ, ਮੰਨ ਲਓ ਕਿਸੇ ਸਾਇੰਟਿਸਟ ਨੂੰ ਜਾਂ ਜਿਹੜੇ ਵੀ ਸਪੈਸ਼ਲੀ ਡਿਸਕਵਰੀਜ਼ ਕਰਦੇ ਨੇ ਉਹਨਾਂ ਨੂੰ ਕੋਈ ਕਿੰਗਡਮ ਪਲਾਂਟੀ ਦੀ ਗੱਲ ਲੈ ਲੈਂਦੇ ਹਾਂ, ਪਲਾਂਟ ਮਿਲਿਆ, ਠੀਕ ਆ, ਕੋਈ ਅਨਨੋਨ ਪਲਾਂਟ ਸੀਗਾ ਉਹ, ਤਾਂ ਮਤਲਬ ਉਹਦੇ ਬਾਰੇ ਕੁਛ ਨਹੀਂ ਪਤਾ ਸੀ ਉਹਨਾਂ ਨੂੰ, ਕਿੱਥੇ ਰੱਖਿਆ ਜਾਊਗਾ, ਕਿੰਨਾਂ ਨਾਲ ਇਹਦੇ ਕਰੈਕਟਰ ਮੈਚ ਕਰਨਗੇ, ਤਾਂ ਉਹਨਾਂ ਨੇ ਉਹਨੂੰ ਕੀ ਆ ਸਟੱਡੀ ਕੀਤਾ। ਸਟੱਡੀ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਕੀ ਹੈ, ਇੱਕ ਪਲਾਂਟ ਆ, ਠੀਕ ਹੈ, ਤਾਂ ਇਹਨੂੰ ਕਿੰਗਡਮ ਪਲਾਂਟੀ 'ਚ ਰੱਖ ਦਿਓ। ਫਾਈਲਮ ਕੀ ਹੈ, ਠੀਕ ਹੈ, ਇਹਦਾ ਫਿਰ ਕਲਾਸ ਆਰਡਰ ਫੈਮਿਲੀ ਜੀਨਸ ਸਪੀਸੀਜ਼ ਮਤਲਬ ਇਹ ਇੱਕ ਅਰੇਂਜ ਹੁੰਦਾ ਵਾ, ਅਰੇਂਜਮੈਂਟ ਹੁੰਦੀ ਆ ਜਿਹਨੂੰ ਆਪਾਂ ਜੇ ਆਪਾਂ ਨੂੰ ਕੋਈ ਨਵੀਂ ਚੀਜ਼ ਮਿਲ ਰਹੀ ਆ, ਠੀਕ ਹੈ, ਸਟੱਡੀ ਕਰਨ ਵਾਲਿਆਂ ਨੂੰ ਨਵੀਂ ਚੀਜ਼ ਮਿਲ ਰਹੀ ਆ ਤਾਂ ਉਹਨੂੰ ਈਜ਼ੀਲੀ ਸਟੱਡੀ ਕਰਨ ਦੇ ਲਈ ਕਿ ਅਗਲੇ ਜਿਹੜੇ ਹੈਗੇ ਆ ਸਟੂਡੈਂਟਸ ਹੈਗੇ ਆ ਸਾਇੰਸ ਦੇ ਜਾਂ ਫਿਰ ਹੋਰ ਜਿਹੜੇ ਹੈਗੇ ਆ ਰਿਲੇਟਡ ਟੂ ਸਾਇੰਸ ਆ ਉਹ ਸਾਰੇ ਉਹਨੂੰ ਈਜ਼ੀਲੀ ਸਟੱਡੀ ਕਰ ਸਕਣ, ਠੀਕ ਹੈ। ਸੋ ਇੱਥੇ ਇੱਕ ਪ੍ਰਿੰਸੀਪਲ ਦੇ ਦਿੱਤਾ ਗਿਆ ਕਲਾਸੀਫਿਕੇਸ਼ਨ ਦਾ ਕਿ ਜੇ ਕੋਈ ਵੀ ਆਰਗੈਨਿਜ਼ਮ ਆ, ਕੋਈ ਵੀ ਜਿਹੜਾ ਹੈਗਾ ਲਿਵਿੰਗ ਆ, ਉਹਨੂੰ ਜੇ ਆਪਾਂ ਕਲਾਸੀਫਾਈ ਕਰਨਾ ਤਾਂ ਕਿਵੇਂ ਕਰਨਾ, ਇਹਨੂੰ ਟੈਕਸੋਨੋਮਿਕ ਕੈਟਾਗਰੀ ਵੀ। ਸਭ ਤੋਂ ਪਹਿਲਾਂ ਕਿੰਗਡਮ ਦੇਖਣਾ ਉਹਦਾ। ਇਹ ਕਿੰਗਡਮ ਇੱਕ ਹਾਇਰ ਕੈਟਾਗਰੀ ਹੁੰਦੀ ਆ ਜਿਹਦੇ ਵਿੱਚ ਕੀ ਆ ਗਰੁੱਪ ਆਫ ਫਾਈਲਮ ਆ ਜਾਂਦੇ ਆ। ਫਾਈਲਮ ਸੈਕਿੰਡ ਆ। ਤਾਂ ਜਿਵੇਂ ਕਿ ਆਪਾਂ ਗੱਲ ਕਰ ਲਈਏ ਕਿ ਸਿਰਫ 5 ਹੀ ਕਿੰਗਡਮ ਨੇ, ਜਾਂ ਤਾਂ ਉਹ ਪਲਾਂਟ ਹੋ ਸਕਦਾ, ਮਨੇਰਾ ਹੋ ਸਕਦਾ, ਪ੍ਰੋਟਿਸਟਾ ਹੋ ਸਕਦਾ, ਫੰਜਾਈ ਹੋ ਸਕਦਾ ਅਤੇ ਐਨੀਮੀਲੀਆ ਹੋ ਸਕਦਾ, ਹੈ ਨਾ। ਕਿੰਗਡਮ ਜਿਹੜੇ ਹੈਗੇ ਆ 5 ਚੋਂ ਇੱਕ ਕਿੰਗਡਮ ਹੋਊਗਾ ਜਿਹੜੀ ਨਵੀਂ ਚੀਜ਼ ਫਾਊਂਡ ਹੋ ਰਹੀ ਆ, ਹੈ ਨਾ, ਉਹਦਾ, ਅਤੇ ਫਾਈਲਮ ਉਹਦਾ, ਠੀਕ ਹੈ। ਹੁਣ ਜਿਵੇਂ ਮੈਂ ਸਿਰਫ ਐਗਜ਼ਾਮਪਲ ਜੇ ਆਪਾਂ ਇਹਨੂੰ ਇੱਥੋਂ ਸਟਾਰਟ ਕਰ ਲਈਏ ਨਾ ਸਪੀਸੀਜ਼ ਤੋਂ, ਤਾਂ ਸਾਡੇ ਲਈ ਥੋੜ੍ਹਾ ਜਿਹਾ ਪੜ੍ਹਨਾ ਇਹ ਜ਼ਿਆਦਾ ਈਜ਼ੀ ਹੋ ਜਾਊਗਾ। ਸਪੀਸੀਜ਼ ਕੀ ਹੁੰਦੀ ਹੈ? ਰਿਜ਼ੈਂਬਲ ਆਰਗੈਨਿਜ਼ਮ। ਜਿਵੇਂ ਹਿਊਮਨ ਬੀਂਗ, ਸਾਰੇ ਹਿਊਮਨ ਉਹ ਇੱਕ ਸਪੀਸੀਜ਼ ਆ, ਠੀਕ ਹੈ। ਡੌਗ ਦੀ ਇੱਕ ਅਲੱਗ ਸਪੀਸੀਜ਼ ਆ, ਕੈਟ ਦੀ ਇੱਕ ਅਲੱਗ ਸਪੀਸੀਜ਼ ਆ, ਮਤਲਬ ਸਪੀਸੀਜ਼ ਇੱਕ ਸਪੈਸੀਫਿਕ ਜਿਹੜੀ ਹੈਗੀ ਹੈ ਜਾਤੀ ਉਹਦੇ ਲਈ ਹੀ ਹੁੰਦੀ ਆ, ਠੀਕ ਆ। ਤਾਂ ਗਰੁੱਪ ਆਫ ਸਪੀਸੀਜ਼ ਅੱਗੇ ਜੀਨਸ ਬਣਾਉਂਦੀਆਂ, ਜਿਵੇਂ ਡੌਗ ਨੂੰ, ਜੈਕਲ ਨੂੰ, ਵੋਲਫ ਨੂੰ, ਇਹਨਾਂ ਦੀਆਂ ਸਪੀਸੀਜ਼ ਤਾਂ ਅਲੱਗ-ਅਲੱਗ ਆ ਪਰ ਇਹਨਾਂ ਨੂੰ ਇੱਕੋ ਜੀਨਸ ਦੇ ਵਿੱਚ ਰੱਖ ਦਿੱਤਾ ਗਿਆ, ਠੀਕ ਆ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਥਰਡ ਹੁੰਦਾ ਜੀ ਫੈਮਿਲੀ। ਗਰੁੱਪ ਆਫ ਜੀਨਸ ਕੀ ਬਣਾਉਂਦੇ ਆ? ਫੈਮਿਲੀ ਬਣਾਉਂਦੇ ਆ। ਜਿਵੇਂ ਏਪ ਦੀ, ਗੋਰਿਲਾ ਦੀ, ਚੰਪੈਂਜੀ, ਹਿਊਮਨ, ਇਹਨਾਂ ਸਾਰਿਆਂ ਦੀ ਫੈਮਿਲੀ ਇੱਕੋ ਹੀ ਆ, ਠੀਕ ਆ। ਤਾਂ ਅੱਗੇ ਵੀ ਗੱਲ ਕਰਾਂਗੇ ਕਿ ਕੀ ਫੈਮਿਲੀ ਹੈ। ਮੈਂ ਹਿਊਮਨ ਬੀਂਗ ਦੀ ਹੀ ਐਗਜ਼ਾਮਪਲ ਲਈ ਅੱਗੇ ਆਪਾਂ ਪੜ੍ਹਦੇ ਹਾਂ। ਤਾਂ ਉਸ ਤੋਂ ਬਾਅਦ ਆ ਗਿਆ ਜੀ ਆਰਡਰ। ਗਰੁੱਪ ਆਫ ਫੈਮਲੀਜ਼, ਜਿਵੇਂ ਡੌਗਸ ਨੂੰ, ਕੈਟਸ ਨੂੰ ਅਤੇ ਬੀਅਰਸ ਨੂੰ ਇੱਕੋ ਹੀ ਆਰਡਰ 'ਚ ਰੱਖ ਦਿੱਤਾ ਗਿਆ। ਮਤਲਬ ਗਰੁੱਪ ਆਫ ਸਪੀਸੀਜ਼ ਇਜ਼ ਨੋਨ ਐਜ਼ ਜੀਨਸ, ਗਰੁੱਪ ਆਫ ਜੀਨਸ ਇਜ਼ ਨੋਨ ਐਜ਼ ਫੈਮਿਲੀ, ਗਰੁੱਪ ਆਫ ਫੈਮਿਲੀ ਇਜ਼ ਨੋਨ ਐਜ਼ ਆਰਡਰ, ਗਰੁੱਪ ਆਫ ਆਰਡਰ ਇਜ਼ ਨੋਨ ਐਜ਼ ਕਲਾਸ, ਗਰੁੱਪ ਆਫ ਕਲਾਸ ਫਾਈਲਮ, ਗਰੁੱਪ ਆਫ ਫਾਈਲਮ ਕਿੰਗਡਮ, ਠੀਕ ਹੈ। ਇਸ ਤਰੀਕੇ ਨਾਲ ਚੱਲਦੇ ਨੇ। ਤਾਂ ਅੱਗੇ ਗੱਲ ਕਰ ਲੈਂਦੇ ਹਾਂ ਆਰਡਰ ਦੇ ਵਿੱਚ ਕੀ ਹੈ? ਫੈਮਲੀਜ਼ ਇਕੱਠੀਆਂ ਰੱਖਦੀਆਂ ਜਿਵੇਂ ਡੌਗ, ਕੈਟ, ਬੀਅਰ ਦੀ। ਉਸ ਤੋਂ ਬਾਅਦ ਗਰੁੱਪ ਆਫ ਆਰਡਰ, ਕਾਫੀ ਸਾਰੇ ਆਰਡਰ ਇਕੱਠੇ ਹੋ ਕੇ ਕੀ ਬਣਾਉਂਦੇ ਆ? ਕਲਾਸ। ਜਿਵੇਂ ਆਪਾਂ ਲੈ ਲਈ ਕੈਟ ਨੂੰ, ਹਿਊਮਨ ਨੂੰ ਅਤੇ ਬੈਟ ਨੂੰ, ਸਾਰੇ ਮੈਮਲਸ ਨੂੰ ਇੱਕ ਕਲਾਸ ਦੇ ਵਿੱਚ, ਮੈਮਲ ਇੱਕ ਕਲਾਸ ਆ, ਇਹਨਾਂ ਨੂੰ ਇੱਕੋ ਦੇ ਵਿੱਚ ਹੀ ਰੱਖ ਦਿੱਤਾ ਗਿਆ, ਠੀਕ ਆ। ਕਿਉਂਕਿ ਇਹ ਸਾਰੇ ਜਿਹੜੇ ਹੈਗੇ ਆ ਬੱਚਿਆਂ ਨੂੰ ਜਨਮ ਦਿੰਦੇ ਨੇ, ਤਾਂ ਕੀ ਹੋ ਗਈ? ਕਲਾਸ ਹੋ ਗਈ ਇਹਨਾਂ ਦੀ, ਠੀਕ ਆ। ਤਾਂ ਉਸ ਤੋਂ ਬਾਅਦ ਆ ਜਾਂਦਾ ਜੀ ਫਾਈਲਮ। ਗਰੁੱਪ ਆਫ ਕਲਾਸਿਸ, ਕਾਫੀ ਸਾਰੀਆਂ ਕਲਾਸਿਸ ਇੱਦਾਂ ਦੀਆਂ ਹੋਰ ਵੀ ਕਲਾਸਿਸ ਹੋਣਗੀਆਂ, ਉਹ ਇਕੱਠੀਆਂ ਹੋ ਕੇ ਕੀ ਹੁੰਦੀਆਂ? ਫਾਈਲਮ ਬਣਾਉਂਦੀਆਂ। ਜਿਵੇਂ ਫਾਈਲਮ ਆਰਥੋਪੋਡਾ, ਸਾਰੇ ਜਿਹੜੇ ਇਨਸੈਕਟ ਆ, ਚਾਹੇ ਉਹਨਾਂ ਦੀ ਕਲਾਸ ਆਰਡਰ ਅਲੱਗ ਆ ਪਰ ਸਾਰੇ ਇਨਸੈਕਟ ਕਿੱਥੇ ਰੱਖ ਦਿੱਤੇ ਗਏ? ਫਾਈਲਮ ਦੇ ਵਿੱਚ। ਦੁਨੀਆ ਦੇ ਸਾਰੇ ਇਨਸੈਕਟ। ਫਾਈਲਮ ਕੀ ਹੈ? ਗਰੁੱਪ ਆਫ ਕਲਾਸਿਸ। ਕਲਾਸਿਸ ਜਿਹੜੀ ਹੈਗੀ ਆ, ਠੀਕ ਆ, ਹੋ ਗਿਆ ਨਾ ਕਿ ਕਾਫੀ ਸਾਰੀਆਂ ਇਕੱਠੀਆਂ ਕਲਾਸਿਸ ਹੋ ਕੇ ਕੀ ਬਣਾਉਣਗੀਆਂ? ਫਾਈਲਮ ਬਣਾਉਣਗੀਆਂ। ਤਾਂ ਉਸ ਤੋਂ ਬਾਅਦ ਕਿੰਗਡਮ, ਬਹੁਤ ਸਾਰੇ ਫਾਈਲਮ ਜਿਵੇਂ ਆਰਥੋਪੋਡਾ, ਹੋਰ ਵੀ ਜਿਹੜੇ ਫਾਈਲਮ ਹੋਣਗੇ ਉਹ ਇਕੱਠੇ ਹੋ ਕੇ ਕੀ ਬਣਾਉਣਗੇ? ਕਿੰਗਡਮ। ਜਿਵੇਂ ਆਪਾਂ ਉਹਦੀ ਗੱਲ ਕਰਦੇ ਹੁੰਦੇ ਨਾ ਕਿੰਗਡਮ ਐਨੀਮੀਲੀਆ ਦੀ, ਅੱਗੇ ਡਿਟੇਲ 'ਚ ਪੜ੍ਹਾਂਗੇ, ਉਹਦੇ 'ਚ ਫਾਈਲਮ ਕਾਫੀ ਸਾਰੇ ਆਉਣਗੇ ਜਿਹੜੇ ਆਪਾਂ +1 'ਚ ਸਟੱਡੀ ਕਰਨੇ ਆ। ਇਸ ਤੋਂ ਬਾਅਦ ਬੱਚਿਓ ਮੈਂ ਐਗਜ਼ਾਮਪਲ ਲਈ ਹੈ ਕਲਾਸੀਫਿਕੇਸ਼ਨ ਦੀ ਕਿ ਹਿਊਮਨ ਬੀਇੰਗ ਦੀ ਕਲਾਸੀਫਿਕੇਸ਼ਨ ਕਿਸ ਤਰੀਕੇ ਨਾਲ ਕੀਤੀ ਗਈ ਹੈ, ਕਿਹੜਾ ਕਿੰਗਡਮ ਆ, ਕਿਹੜਾ ਫਾਈਲਮ ਆ, ਕਿਹੜੀ ਕਲਾਸ ਆ, ਆਰਡਰ ਕੀ ਆ, ਫੈਮਿਲੀ ਕੀ ਆ, ਜੀਨਸ ਕੀ ਆ ਅਤੇ ਸਪੀਸੀਜ਼ ਕੀ ਆ, ਠੀਕ ਹੈ। ਇਹਦੇ ਨਾਲ ਥੋੜ੍ਹਾ ਜਿਹਾ ਈਜ਼ੀ ਹੋ ਜਾਏਗਾ ਸਾਨੂੰ ਇੱਕ ਐਗਜ਼ਾਮਪਲ ਦੇ ਨਾਲ, ਠੀਕ ਹੈ। ਹਰੇਕ ਚੀਜ਼ ਦੀ ਇਸ ਤਰੀਕੇ ਨਾਲ ਕਲਾਸੀਫਿਕੇਸ਼ਨ ਆ, ਹਰੇਕ ਲਿਵਿੰਗ ਦੀ, ਠੀਕ ਹੈ। ਮੈਂਗੋ ਲੈ ਲਓ ਤੁਸੀਂ, ਹੈ ਨਾ, ਮਤਲਬ ਕੋਈ ਫਰੂਟ ਲੈ ਲਓ, ਕੋਈ ਵੈਜੀਟੇਬਲ ਲੈ ਲਓ, ਹੈ ਨਾ, ਹਰੇਕ ਦੀ ਕਲਾਸੀਫਿਕੇਸ਼ਨ ਆ। ਤਾਂ ਮੈਂ ਇੱਥੇ ਹਿਊਮਨ ਬੀਇੰਗ ਨੇ ਚੂਜ਼ ਕੀਤਾ ਤਾਂ ਕਿ ਅੱਗੇ ਵੀ ਕੰਮ ਆਵੇ, ਠੀਕ ਹੈ, ਅਤੇ ਯਾਦ ਵੀ ਰਵੇ। ਉਸ ਤੋਂ ਬਾਅਦ ਸਭ ਤੋਂ ਜਿਹੜੀ ਹੈਗੀ ਹੈ ਫਸਟ ਗੱਲ ਕੀ ਹੈ? ਕਿੰਗਡਮ।
ਕਿੰਗਡਮ ਕੀ ਹੈ ਜੀ, ਐਨੀਮੀਲੀਆ ਹੈ। ਹੁਣ ਇੱਥੇ ਮੈਂ ਕਾਰਨ ਵੀ ਲਿਖੇ ਨੇ ਕਿ ਇਹਨੂੰ ਕਿਉਂ ਰੱਖਿਆ ਗਿਆ ਐਨੀਮੀਲੀਆ ਦੇ ਵਿੱਚ, ਠੀਕ ਹੈ, ਕਿਉਂਕਿ ਇਹ ਜੀਵ ਜੰਤੂਆਂ ਦੇ ਵਿੱਚ ਆਉਂਦਾ, ਠੀਕ ਹੈ। ਤਾਂ ਐਨੀਮੀਲੀਆ ਵੈਸੇ ਵੀ ਕੀ ਹੁੰਦੇ ਨੇ, ਜਿਨ੍ਹਾਂ ਦੇ ਕੁਝ ਕੁ ਪ੍ਰੋਸੈਸ ਨੇ ਜਿਹੜੇ ਆਪਾਂ ਨੈਕਸਟ ਟੌਪਿਕ ਦੇ ਵਿੱਚ ਪੜ੍ਹਦੇ ਹਾਂ ਕਿ ਲਿਵਿੰਗ ਦੀ ਪਛਾਣ ਕਿਵੇਂ ਹੁੰਦੀ ਹੈ, ਠੀਕ ਆ। ਤਾਂ ਐਨੀਮੀਲੀਆ ਦੇ ਵਿੱਚ ਰੱਖ ਦਿੱਤਾ ਗਿਆ ਕਿਉਂਕਿ ਇਹ ਇੱਕ ਜੀਵ ਜੰਤੂਆਂ ਦੇ ਵਿੱਚ ਆ ਜਾਂਦਾ। ਸੈਕਿੰਡ ਆ ਗਿਆ ਜੀ ਫਾਈਲਮ। ਫਾਈਲਮ ਹੈਗਾ ਕੌਰਡੇਟਾ। ਜਿਹੜੇ ਵਰਟੀਬ੍ਰੇਟਸ ਹੁੰਦੇ ਆ, ਵਰਟੀਬਰਾ ਕਾਲਮ ਪ੍ਰੈਜ਼ੈਂਟ ਹੁੰਦੀ ਆ, ਉਹ ਸਾਰੇ ਕੌਰਡੇਟਾ ਫਾਈਲਮ ਦੇ ਵਿੱਚ ਰੱਖੇ ਜਾਂਦੇ ਆ। ਹਿਊਮਨ ਬੀਇੰਗ ਵੀ ਇਸ ਵਿੱਚ ਰੱਖਿਆ ਜਾਂਦਾ, ਹਿਊਮਨ ਬੀਇੰਗ ਤੋਂ ਬਿਨਾਂ ਹੋਰ ਵੀ ਇਹਦੇ ਵਿੱਚ ਰੱਖੇ ਗਏ ਨੇ। ਉਸ ਤੋਂ ਬਾਅਦ ਆ ਜਾਂਦਾ ਮੈਮਲ, ਠੀਕ ਹੈ। ਕਲਾਸ ਇਹਦੀ ਕੀ ਆ, ਮੈਮਲ ਆ। ਕਿਉਂ ਮੈਮਲ ਆ, ਕਿਉਂਕਿ ਮੈਮਲ ਦੇ ਵਿੱਚ ਸਾਰੇ ਉਹ ਆਰਗੇਨਿਜ਼ਮ ਰੱਖੇ ਜਾਂਦੇ ਨੇ ਜਿਹੜੇ ਕੀ ਆ ਬੱਚਿਆਂ ਨੂੰ ਜਨਮ ਦਿੰਦੇ ਨੇ। ਇਹ ਹੋ ਗਈ ਕਲਾਸ, ਪਹਿਲਾਂ ਵੀ ਅਸੀਂ ਇਹਦੀ ਗੱਲ ਕੀਤੀ ਸੀ। ਸੋ ਕਲਾਸ ਵੀ ਸਪੈਸੀਫਿਕ ਹੁੰਦੀ ਆ, ਇਹਨਾਂ ਦੇ ਨੇਮ ਸਪੈਸੀਫਿਕ ਹੀ ਨੇ ਸਾਰਿਆਂ ਦੇ। ਤਾਂ ਦੈਨ ਆ ਗਿਆ ਜੀ ਆਰਡਰ। ਆਰਡਰ ਇਹਨੂੰ ਦਿੱਤਾ ਗਿਆ ਪ੍ਰਾਈਮੇਟਸ, ਮਤਲਬ ਵਿਦਾਊਟ ਟੇਲ, ਟੇਲ ਤੋਂ ਬਿਨਾਂ ਵਰਗੇ ਵਾਲੇ ਜਿਹੜੇ ਹਿਊਮਨ ਵਰਗੇ ਨੇ ਉਹ ਸਾਰੇ ਕੀ ਆ ਪ੍ਰਾਈਮੇਟਸ ਦੇ ਵਿੱਚ ਰੱਖੇ ਜਾਂਦੇ ਆ। ਫੈਮਿਲੀ ਇਹਦੀ ਹੈਗੀ ਹੈ ਹੈਮੀਨੇਡਾ। ਹੈਮੀਨੇਡਾ ਮਤਲਬ ਮੋਰਫੋਲੋਜੀਕਲ ਕਰੈਕਟਰ ਜਿਹੜੇ ਹੈਗੇ ਆ ਹਿਊਮਨ ਬੀਇੰਗਸ ਦੇ ਨਾਲ ਮੈਚ ਕਰਨਗੇ, ਉਹਨਾਂ ਸਾਰਿਆਂ ਦੀ ਫੈਮਿਲੀ ਵੀ ਕੀ ਰੱਖਤੀ, ਹੋਮੀਨੇਡਾ ਰੱਖਤੀ। ਇਸ ਤੋਂ ਬਾਅਦ ਆ ਗਿਆ ਜੀ ਜੀਨਸ। ਜੀਨਸ ਹੈਗਾ ਹੋਮੋ। ਹੁਣ ਹੋਮੋ ਦਾ ਮਤਲਬ ਹੁੰਦਾ ਸੇਮ, ਬਾਇਓਲੋਜੀ 'ਚ ਜਿੱਥੇ ਵੀ ਹੋਮੋ ਵਰਡ ਆ ਗਿਆ ਉਹਦਾ ਮਤਲਬ ਹੋਏਗਾ ਸੇਮ, ਮਤਲਬ ਵਰਾਇਟੀ ਆਫ ਹਿਊਮਨਸ। ਹਿਊਮਨਸ ਦੀ ਕਿੰਨੀ ਵਰਾਇਟੀ ਆ, ਮਤਲਬ ਸ਼ੁਰੂ ਤੋਂ ਲੈ ਕੇ ਜਿਹੜਾ ਪਹਿਲਾਂ ਜਿਵੇਂ ਹੋਮੋ ਹੋਬਿਸਲਸ ਸੀਗਾ ਹੈ ਨਾ, ਹੋਮੋ ਇਰੈਕਟਸ, ਤਾਂ ਇਹ ਪਹਿਲਾਂ ਵਾਲੇ ਜਿਹੜੇ ਹਿਊਮਨ ਸੀ ਉਹਨਾਂ ਦੇ ਨਾਮ। ਤਾਂ ਮਾਡਰਨ ਦਾ ਨਾਮ ਹੋਮੋ ਸੇਪੀਅਨ ਆ ਕਿਉਂਕਿ ਸਪੀਸੀਜ਼ ਕੀ ਹੈ ਇੱਥੇ, ਸੇਪੀਅਨ ਆ। ਤਾਂ ਜਿਹੜਾ ਸਾਇੰਟੀਫਿਕ ਨੇਮ ਆ ਉਹ ਸਿਰਫ ਦੋ ਚੀਜ਼ਾਂ ਤੋਂ ਬਣਦਾ ਹੁੰਦਾ, ਇੱਥੇ ਸਾਨੂੰ ਸਮਝ ਆ ਸਕਦਾ, ਜੀਨਸ ਤੋਂ ਅਤੇ ਸਪੀਸੀਜ਼। ਜੀਨਸ ਹਮੇਸ਼ਾ ਮੂਹਰੇ ਲੱਗਦੀ ਹੁੰਦੀ ਹੈ, ਜਿਵੇਂ ਹੋਮੋ ਸੇਪੀਅਨ ਬਣਿਆ ਹੋਮੋ, HOMO ਹੋਮੋ। ਤਾਂ ਜਦੋਂ ਅਸੀਂ ਇਹਨੂੰ ਕੱਲਾ ਕੱਲਾ ਲਿਖਿਆ ਤਾਂ ਕੈਪੀਟਲ ਪਾਇਆ, ਅਦਰਵਾਈਜ਼ ਕੀ ਹੁੰਦਾ, ਜਿਵੇਂ ਇੱਥੇ ਮੈਂ ਹਿਊਮਨ ਦਾ ਨਾਮ ਲਿਖਣ ਜਾ ਰਹੀ ਹਾਂ, ਸਾਇੰਟੀਫਿਕ ਨੇਮ, ਇਹ ਬਣਿਆ ਸਿਰਫ ਇਹਨਾਂ ਦੋ ਚੀਜ਼ਾਂ ਤੋਂ ਹੀ ਹੁੰਦਾ, ਠੀਕ ਹੈ। ਹੋਮੋ ਮਤਲਬ ਜੀਨਸ ਅਤੇ ਸੇਪੀਅਨ ਮਤਲਬ ਹੋਮੋ ਸੇਪੀਅਨਸ, ਠੀਕ ਹੈ। ਮਤਲਬ ਕੀ ਆ, ਅਸੀਂ ਜਦੋਂ ਵੀ ਕਿਸੇ ਚੀਜ਼ ਦਾ ਸਾਇੰਟੀਫਿਕ ਨੇਮ ਲਿਖਣਾ, ਇੱਥੇ ਇੱਕ ਜਿਹੜਾ ਹੈਗਾ ਰੂਲ ਵੀ ਆ ਗਿਆ, ਉਦੋਂ ਅਸੀਂ ਕੀ ਕਰਨਾ, ਜਿਵੇਂ ਅਸੀਂ ਹਿਊਮਨ ਦਾ ਲਿਖਿਆ, ਜੀਨਸ ਨੂੰ ਅੱਗੇ ਲਿਖਣਾ, ਜਿਹਦਾ ਅਸੀਂ ਫਸਟ ਜਿਹੜਾ ਲੈਟਰ ਆ ਉਹ ਕੈਪੀਟਲ ਲਿਖਣਾ, ਸਪੀਸੀਜ਼ ਨੂੰ ਅਸੀਂ ਪਿੱਛੇ ਲਿਖਣਾ ਹੁੰਦਾ, ਠੀਕ ਹੈ। ਤਾਂ ਉਹਦਾ ਜਿਹੜਾ ਫਸਟ ਲੈਟਰ ਆ ਉਹ ਅਸੀਂ ਸਮੌਲ ਲਿਖਣਾ ਹੁੰਦਾ। ਤਾਂ ਇਹ ਇੱਕ ਇੱਥੋਂ ਸਾਨੂੰ ਜੀਨਸ ਸਪੀਸੀਜ਼ ਵੀ ਪਤਾ ਲੱਗ ਜਾਂਦੀ ਹੈ ਅਤੇ ਸਾਨੂੰ ਇਹਦਾ ਸਾਇੰਟੀਫਿਕ ਨੇਮ ਵੀ, ਮਤਲਬ ਜੇ ਸਾਨੂੰ ਕਿਸੇ ਚੀਜ਼ ਦਾ ਸਾਇੰਟੀਫਿਕ ਨੇਮ ਪਤਾ, ਇਹਦਾ ਮਤਲਬ ਸਾਨੂੰ ਉਹਦੀ ਸਪੀਸੀਜ਼ ਵੀ ਪਤਾ। ਉਹ ਅਸੀਂ ਪਿਛਲਾ ਵਰਡ ਹਮੇਸ਼ਾ ਦੋ ਵਰਡਸ ਡਿਵਾਈਡ ਹੁੰਦਾ ਵਾ, ਠੀਕ ਹੈ, ਜਿਹੜਾ ਸਾਇੰਟੀਫਿਕ ਨੇਮ ਹੁੰਦਾ। ਤਾਂ ਇਹਦਾ ਮਤਲਬ ਅਸੀਂ ਉਹਦੀ ਸਪੀਸੀਜ਼ ਅਤੇ ਜੀਨਸ ਜਾਣਦੇ ਹਾਂ, ਜਿਹਦਾ ਸਾਨੂੰ, ਜਿਵੇਂ ਮੈਂਜੀਫੇਰਾ ਇੰਡੀਕਾ ਹੈ ਨਾ, ਮੈਂਗੋ ਦਾ ਨੇਮ ਆ, ਤਾਂ ਜਿਹੜਾ ਮੈਂਜੀਫੇਰਾ ਉਹਦੀ M ਵੱਡੀ ਪਾ ਕੇ ਹੈ ਨਾ, ਤਾਂ ਇੰਡੀਕਾ ਦੀ I ਛੋਟੀ ਪਾਉਂਦੇ ਹਾਂ ਅਸੀਂ, ਠੀਕ ਹੈ। ਮੈਂਜੀਫੇਰਾ ਇੰਡੀਕਾ, ਠੀਕ ਹੈ। ਤਾਂ ਮੈਂਜੀਫੇਰਾ ਮਤਲਬ ਕੀ ਹੈ, ਇੱਥੇ ਜੀਨਸ ਆ, ਅਤੇ ਇੰਡੀਕਾ ਕੀ ਆ, ਸਪੀਸੀਜ਼ ਆ, ਓਕੇ। ਅੱਗੇ ਅਸੀਂ ਗੱਲ ਕਰ ਲੈਂਦੇ ਹਾਂ ਚੈਪਟਰ ਦੀ, ਫਸਟ ਚੈਪਟਰ ਦੀ, ਠੀਕ ਹੈ। ਕੁਝ ਕੁ ਬੇਸਿਕ ਸੀਗੇ ਜਿਹੜੇ ਚੈਪਟਰ ਬਾਰੇ ਅਸੀਂ ਪਹਿਲਾਂ ਹੀ ਕਲੀਅਰ ਕਰ ਲਏ ਨੇ। ਤਾਂ ਲਿਵਿੰਗ ਵਰਡ, ਠੀਕ ਹੈ। ਹੁਣ ਲਿਵਿੰਗਸ ਦੀ ਗੱਲ ਕਰਨੀ ਹੈ ਇਸ ਪੂਰੇ ਚੈਪਟਰ ਦੇ ਵਿੱਚ। ਤਾਂ ਲਿਵਿੰਗ ਕੀ ਹੁੰਦੇ ਨੇ, ਤਾਂ ਲਿਵਿੰਗ ਦੇ ਕੁਝ ਕੁ ਕਰੈਕਟਰ ਆ ਜੋ ਮੈਂ ਲਿਖ ਲਏ ਨੇ। ਜਿਵੇਂ ਫਸਟ ਜਿਹੜਾ ਹੈਗਾ, ਅਸੀਂ ਸ਼ੇਪ ਅਤੇ ਸਾਈਜ਼ ਲੈਂਦੇ ਹਾਂ, ਇਹਨੂੰ ਛੱਡਦੇ ਹਾਂ ਇੱਕ ਮਿੰਟ। ਤਾਂ ਫਸਟ ਜਿਹੜਾ ਹੈਗਾ ਮੈਂ ਲਿਆ ਸ਼ੇਪ ਐਂਡ ਸਾਈਜ਼। ਲਿਵਿੰਗ ਥਿੰਗਸ ਕੀ ਹੁੰਦੀਆਂ ਨੇ, ਜਿਨ੍ਹਾਂ ਦੀ ਸਪੈਸੀਫਿਕ ਸ਼ੇਪ ਹੋਏਗੀ ਅਤੇ ਆਕਾਰ ਅਤੇ ਬਣਤਰ, ਮਤਲਬ ਉਹਨਾਂ ਦਾ ਕੀ ਹੋਏਗਾ, ਖਾਸ ਹੋਏਗਾ, ਠੀਕ ਹੈ। ਜਿਵੇਂ ਹਿਊਮਨ ਇੱਕ ਲਿਵਿੰਗ ਆ, ਉਹਦਾ ਆਕਾਰ ਅਤੇ ਬਣਤਰ, ਹਰੇਕ ਜਿਹੜੀ ਸਪੀਸੀਜ਼ ਆ ਉਹਦਾ ਆਕਾਰ ਅਤੇ ਬਣਤਰ ਤੁਸੀਂ ਦੇਖ ਲਓ, ਚਾਹੇ ਉਹ ਪਲਾਂਟ ਆ, ਚਾਹੇ ਉਹ ਕਿੰਗਡਮ ਐਨੀਮੇਲੀਆ 'ਚ ਆ, ਠੀਕ ਹੈ, ਮਨੇਰਾ 'ਚ ਆ, ਪ੍ਰੋਟਿਸਟਾ 'ਚ, ਉਹਨਾਂ ਦੀ ਸਪੈਸੀਫਿਕ ਕੀ ਆ, ਇੱਕ ਸ਼ੇਪ ਅਤੇ ਸਾਈਜ਼ ਆ। ਸੈਕਿੰਡ ਇੱਥੇ ਆਪਾਂ ਲੈ ਲੈਂਦੇ ਹਾਂ ਜੀ ਰੀਪਰੋਡਕਸ਼ਨ। ਇਹ ਰੀਪਰੋਡਕਸ਼ਨ ਕਰ ਸਕਦੇ ਆ, ਠੀਕ ਹੈ। ਰੀਪਰੋਡਕਸ਼ਨ ਮਤਲਬ ਕਿ ਇਹ ਆਪਦੇ ਵਰਗੇ ਜੀਵ ਪੈਦਾ ਕਰ ਸਕਦੇ ਆ, ਠੀਕ ਹੈ। ਅਗਲੀ ਜਨਰੇਸ਼ਨ ਬਣਾ ਸਕਦੇ ਆ ਆਪਦੀ, ਕਿਵੇਂ, ਜਾਂ ਤਾਂ ਏਸੈਕਸ਼ੁਅਲ ਮੈਥਡ ਦੇ ਨਾਲ ਬਣਾ ਸਕਦੇ ਆ ਜਾਂ ਸੈਕਸ਼ੁਅਲ ਮੈਥਡ ਦੇ ਨਾਲ ਬਣਾ ਸਕਦੇ ਆ। ਏਸੈਕਸ਼ੁਅਲ ਮਤਲਬ ਇਹ ਕੀ, ਇਹਦੇ 'ਚ ਸਿੰਗਲ ਪੇਰੈਂਟ ਹੀ ਆ। ਜੇ ਕੋਈ ਆਰਗੇਨਿਜ਼ਮ ਆਪ ਹੀ ਟੁੱਟ ਕੇ ਆਪਦੇ ਵਰਗੇ ਦੋ ਬਣਾ ਲੈਂਦਾ, ਠੀਕ ਹੈ, ਤਾਂ ਇਸ ਤਰੀਕੇ ਨਾਲ ਜਿਵੇਂ ਅਮੀਬਾ ਕਰਦਾ। ਸੈਕਸ਼ੁਅਲ ਜਿਵੇਂ ਹਿਊਮਨ ਬੀਇੰਗਸ ਦੇ ਵਿੱਚ ਹੁੰਦਾ। ਹਾਂਜੀ, ਥਰਡ 'ਤੇ ਅਸੀਂ ਲੈ ਲੈਂਦੇ ਹਾਂ ਗਰੋਥ। ਜਿਹੜੇ ਲਿਵਿੰਗ ਹੁੰਦੇ ਨੇ ਉਹ ਗਰੋ ਕਰਦੇ ਨੇ, ਠੀਕ ਹੈ। ਗਰੋਥ ਹੁੰਦੀ ਉਹਨਾਂ ਦੀ ਕਿਸ ਤਰੀਕੇ ਨਾਲ, ਕਿ ਜਦੋਂ ਬੱਚਾ ਛੋਟਾ ਹੁੰਦਾ ਉਸ ਤੋਂ ਬਾਅਦ ਵੱਡਾ ਹੋ ਜਾਂਦਾ ਹੌਲੀ ਹੌਲੀ, ਹੈ ਨਾ, ਸਾਲਾਂ ਦੇ ਵਿੱਚ ਜਿਹੜੀ ਹੈਗੀ ਉਹ ਗਰੋ ਕਰ ਰਿਹਾ। ਜਿਵੇਂ 20-25 ਸਾਲ ਤੱਕ ਜਾ ਕੇ ਉਹਦੀ ਜਿਹੜੀ ਗਰੋਥ ਆ, ਹੈ ਨਾ, ਉਹ ਰੁਕ ਜਾਂਦੀ ਹੈ। ਗਰੋਥ ਕਿਸ ਲੋਟ ਰੁਕਦੀ ਆ, ਹਾਈਟ ਵਾਈਜ਼ ਰੁਕਦੀ ਆ, ਠੀਕ ਆ। ਇਹ ਨਹੀਂ ਹੁੰਦਾ ਉਹ ਮੋਟਾ ਪਤਲਾ ਹੋ ਸਕਦਾ, ਪਰ ਉਹਦੀ ਗਰੋਥ ਹੈ ਜਿਹੜੀ ਹਾਈਟ ਵਾਈਜ਼ ਰੁਕਦੀ ਹੈ, ਜਾਂ ਟਾਲ ਜਾਂ ਡਵਾਰਫ ਜਿਹੜਾ ਉਹ ਚੀਜ਼ ਉੱਥੇ ਰੁਕ ਜਾਂਦੀ ਹੈ। ਸੋ ਜਿਹੜੇ ਲਿਵਿੰਗ ਆ ਉਹ ਗਰੋ ਕਰਦੇ ਰਹਿੰਦੇ ਆ, ਪਰ
ਕੁਝ ਕੁ ਜਿਹੜੇ ਹੈਗੇ ਆ ਆਪਾਂ ਇਹਦੀ ਡਿਟੇਲ ਵੀ ਪੜ੍ਹਾਂਗੇ ਕਿ ਉੱਥੇ ਜਾ ਕੇ ਕਿਉਂ ਜਿਹੜੀ ਹੈਗੀ ਆ ਹਾਈਟ ਉਹ ਰੁਕ ਜਾਂਦੀ ਆ। ਸੋ ਫਿਲਹਾਲ ਹਜੇ ਇੰਨਾ ਹੀ ਸਾਨੂੰ ਇੰਨੀ ਜ਼ਰੂਰਤ ਆ ਕਿ ਗਰੋ ਕਰਦੇ ਨੇ ਜਿਹੜੇ ਲਿਵਿੰਗ ਥਿੰਗਸ ਹੁੰਦੇ ਨੇ। ਪਰ ਇੱਥੇ ਕਨਫਿਊਜ਼ ਨਹੀਂ ਹੋਣਾ, ਜਿੱਦਾਂ ਅਸੀਂ ਕਹਿੰਦੇ ਹੁੰਦੇ ਹਾਂ ਨਾ ਕਿ ਤੂਫਾਨਾਂ ਦੇ ਨਾਲ ਰੇਤ ਦਾ ਪਹਾੜ ਇੱਕ ਜਗ੍ਹਾ ਬਣਿਆ ਸੀ, ਫਿਰ ਉਹ ਦੂਸਰੀ ਜਗ੍ਹਾ ਬਣ ਗਿਆ, ਹੈ ਨਾ, ਤਾਂ ਵੀ ਉਹ ਛੋਟੇ ਤੋਂ ਉਹਦਾ ਸਾਈਜ਼ ਵੱਡਾ ਹੋ ਗਿਆ, ਉਹਨੇ ਗਰੋਥ ਕਰ ਲਈ, ਇਹਦਾ ਮਤਲਬ ਇਹ ਨਹੀਂ ਕਿ ਉਹ ਲਿਵਿੰਗ ਹੋ ਗਿਆ, ਠੀਕ ਆ। ਸੋ ਇਹਦੇ ਵਿੱਚ ਸਿਰਫ ਲਿਵਿੰਗ ਥਿੰਗਸ ਜਿਹੜੇ ਬਾਕੀ ਵੀ ਕਰੈਕਟਰ ਮੈਚ ਕਰਨਗੇ ਉਹਨਾਂ ਨੂੰ ਹੀ ਆਪਾਂ ਲਿਵਿੰਗਸ ਦੇ ਵਿੱਚ ਲੈ ਕੇ ਚੱਲਣਾ। ਦੈਨ ਆ ਗਿਆ ਮੈਟਾਬੋਲਿਜ਼ਮ, ਮਤਲਬ ਜਿੰਨੀਆਂ ਵੀ ਬੋਡੀ 'ਚ ਰਿਐਕਸ਼ਨ ਹੋ ਰਹੀਆਂ, ਚਾਹੇ ਉਹ ਡਾਈਜੈਸ਼ਨ ਦੀ ਹੈ, ਰੈਸਪੀਰੇਸ਼ਨ ਦੀ ਹੈ, ਐਕਸਕ੍ਰੀਸ਼ਨ ਦੀ ਹੈ, ਠੀਕ ਆ, ਤਾਂ ਇਹ ਜਿਹੜੀਆਂ ਹੈਗੀਆਂ ਜਾਂ ਉਹਨਾਂ ਦਾ ਖਾਣਾ ਅਤੇ ਜ਼ਰੂਰੀ ਨਹੀਂ ਹਰੇਕ ਦਾ ਜਿਹੜਾ ਡਾਈਜੈਸਟਿਵ ਸਿਸਟਮ ਆ ਉਹ ਹਿਊਮਨ ਦੀ ਤਰ੍ਹਾਂ ਹੀ ਹੋਵੇ, ਹੈ ਨਾ। ਕਈਆਂ ਦੇ ਜਿਵੇਂ ਅਮੀਬਾ ਹੈ, ਹੁਣ ਆਪਣੀ ਜਿਹੜੀ ਆਊਟਰ ਵਾਲ ਆ ਉੱਥੋਂ ਹੀ ਲੈ ਲੈਂਦਾ ਉਹਦਾ ਫੂਡ ਪਾਰਟੀਕਲ, ਬਟ ਕੀ ਹੈ ਮੈਟਾਬੋਲਿਜ਼ਮ ਤਾਂ ਹੈ ਨਾ, ਉਹ ਤੋੜੂਗਾ ਨਾ ਉਹਨੂੰ ਜਾ ਕੇ। ਤਾਂ ਉਸ ਤੋਂ ਅੱਗੇ ਆਪਾਂ ਇਹ ਸੀਗਾ ਸਾਡਾ 4th ਪੁਆਇੰਟ। 5th ਪੁਆਇੰਟ ਲੈ ਲੈਂਦੇ ਹਾਂ ਸੈਲਰ ਆਰਗੇਨਾਈਜੇਸ਼ਨ, ਕਿ ਸੈੱਲ ਤੋਂ ਬਣੇ ਹੋਏ ਨੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਟਿਸ਼ੂਆਂ ਤੋਂ ਬਣੇ ਨੇ, ਠੀਕ ਹੈ। ਗਰੁੱਪ ਆਫ ਸੈਲਸ, ਜਿਵੇਂ ਹੁਣ ਸਿੰਗਲ ਸੈੱਲ ਵੀ ਹੋ ਸਕਦੇ ਆ ਕਈ ਲਿਵਿੰਗ, ਜਿਵੇਂ ਅਮੀਬਾ ਹੈਗਾ ਵਾ ਆਪਣੇ ਕੋਲ, ਹੈ ਨਾ, ਤਾਂ ਕਈ ਮਲਟੀ ਸੈਲਰ ਵੀ ਹੋ ਸਕਦੇ ਆ। ਮਲਟੀ ਸੈਲਰ ਦੇ ਵਿੱਚ ਜ਼ਿਆਦਾਤਰ ਜਿਹੜੇ ਹੈਗੇ ਆ ਗਰੁੱਪ ਆਫ ਸੈਲਸ ਇਕੱਠੇ ਹੋ ਕੇ ਕੀ ਬਣਾ ਲੈਂਦੇ ਆ, ਟਿਸ਼ੂ ਬਣਾ ਲੈਂਦੇ ਆ, ਤਾਂ ਉਹਨੂੰ ਆਪਾਂ ਟਿਸ਼ੂ ਆਰਗੇਨਾਈਜੇਸ਼ਨ ਵੀ ਕਹਿ ਸਕਦੇ ਹਾਂ। ਉਸ ਤੋਂ ਬਾਅਦ ਆਰਗਨ ਬਣ ਜਾਂਦੇ ਨੇ, ਆਰਗਨ ਸਿਸਟਮ ਆਰਗੇਨਾਈਜੇਸ਼ਨ ਵੀ ਕਹਿ ਸਕਦੇ ਹਾਂ, ਠੀਕ ਆ। ਸੋ ਲਿਵਿੰਗ ਬੀਇੰਗਸ ਦਾ ਇਹ ਵੀ ਇੱਕ ਕਰੈਕਟਰ ਆ। 6th ਕਰੈਕਟਰ ਅਸੀਂ ਲੈ ਲੈਂਦੇ ਹਾਂ ਲਾਈਫ ਸਾਈਕਲ। ਇਹਨਾਂ ਦਾ ਇੱਕ ਸਪੈਸੀਫਿਕ ਲਾਈਫ ਸਾਈਕਲ ਹੁੰਦਾ ਵੀ ਇਹ ਜਦੋਂ ਜਨਮ ਤੋਂ ਬਾਅਦ ਇਹਨਾਂ ਦੀ ਮੌਤ ਆ ਜਿਹੜੀ ਨੈਚੁਰਲ ਜਿਹੜੀ ਹੈਗੀ ਆ ਡੈਥ ਆ ਉਹ ਹੋਣੀ ਆ, ਠੀਕ ਆ। ਤਾਂ ਇਹ ਆਪਦਾ ਲਾਈਫ ਸਾਈਕਲ ਪੂਰਾ ਕਰਨਗੇ। ਲਾਈਫ ਸਾਈਕਲ ਦੇ ਵਿੱਚ ਇਹਨਾਂ ਦਾ ਬਰਥ ਆ ਜਾਂਦਾ, ਉਸ ਤੋਂ ਬਾਅਦ ਰੀਪਰੋਡਕਸ਼ਨ ਹੈ ਨਾ ਆ ਜਾਂਦੀ ਆ, ਦੈਨ ਆ ਜਾਂਦਾ ਵਾ ਡੈਥ, ਠੀਕ ਹੈ। ਲਾਈਫ ਜਿਹੜੀ ਹੈਗੀ ਹੈ ਬਰਥ, ਉਸ ਤੋਂ ਬਾਅਦ ਇਹ ਲਾਈਫ ਜਿਉਣਗੇ, ਰੀਪਰੋਡਕਸ਼ਨ ਦੇ ਵਿੱਚ ਅਗਲੇ ਆਪਦੇ ਵਰਗੇ ਜੀਵ ਪੈਦਾ ਕਰਨਗੇ, ਅਤੇ ਡੈਥ ਦੇ ਵਿੱਚ ਇਹ ਬਸ ਮਰ ਜਾਣਗੇ, ਠੀਕ ਆ। ਨੈਕਸਟ ਹੈਗਾ ਜੀ ਮੂਵਮੈਂਟਸ, ਇਹ ਗਤੀ ਕਰਦੇ ਆ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਸਕਦੇ ਆ, ਤੁਰ ਫਿਰ ਸਕਦੇ ਆ, ਠੀਕ ਹੈ, ਜਾਂ ਹਿੱਲ ਸਕਦੇ ਆ। ਇਹ ਵੀ ਆਪਾਂ, ਇਹ ਵੈਸੇ ਬਹੁਤ ਸੌਖੀ ਗੱਲ ਹੈ, ਮੂਵਮੈਂਟਸ ਅਸੀਂ ਮੂਵਮੈਂਟਸ ਬਾਰੇ ਲਿਖ ਸਕਦੇ ਹਾਂ। 8th ਆ ਗਿਆ ਜੀ ਕੌਨਸ਼ੀਅਸਨੈਸ ਹੈਗੀ ਇਹਨਾਂ 'ਚ, ਜਿਵੇਂ ਸੋਚਣ ਸਮਝਣ ਦੀ ਸ਼ਕਤੀ ਹੈਗੀ ਹੈ, ਹਿਊਮਨਸ ਤਾਂ ਸਭ ਤੋਂ ਜ਼ਿਆਦਾ ਹੈ ਜੇ ਆਪਾਂ ਐਗਜ਼ਾਮਪਲ ਲਈਏ। ਅਦਰਵਾਈਜ਼ ਜਿਹੜੇ ਬਾਕੀ ਵੀ ਆਰਗਨਿਜ਼ਮ ਨੇ ਜਿਨ੍ਹਾਂ ਦੇ ਵਿੱਚ ਸੋਚਣ ਦੀ ਇੰਨੀ ਸੈਂਸ ਵੀ ਹੁੰਦੀ ਨਹੀਂ, ਤੁਸੀਂ ਦੇਖ ਲਓ ਕਿ ਉਹ ਬਚਾ ਤਾਂ ਕਰ ਹੀ ਰਹੇ ਨੇ ਨਾ, ਠੀਕ ਹੈ। ਆਪਣੇ ਆਪ ਨੂੰ ਆਪਦੇ ਦੁਸ਼ਮਣਾਂ ਤੋਂ, ਆਪਣੇ ਐਨਮੀਜ਼ ਤੋਂ, ਆਪਣੇ ਸ਼ਿਕਾਰੀਆਂ ਤੋਂ, ਆਪਣੇ ਪ੍ਰੀਡੇਟਰ ਤੋਂ ਬਚਾ ਲੈਂਦੇ ਨੇ, ਕਿਉਂਕਿ ਕੀ ਹੈ ਕੌਨਸ਼ੀਅਸਨੈਸ ਹੈ ਉਹਨਾਂ 'ਚ ਥੋੜ੍ਹੀ ਬਹੁਤ, ਹੈ ਨਾ। ਤਾਂ ਉਸ ਤੋਂ ਬਾਅਦ ਰੈਗੂਲੇਸ਼ਨਸ, ਬੋਡੀ ਦੀ ਇਹ ਕੀ ਹੈ ਕੰਟਰੋਲ ਅਤੇ ਕੋਆਰਡੀਨੇਸ਼ਨ ਦੇ ਨਾਲ 9th ਪੁਆਇੰਟ ਅਸੀਂ ਲੈ ਲੈਂਦੇ ਹਾਂ ਕਿ ਇਹ ਰੈਗੂਲੇਸ਼ਨਸ ਕਰਦੇ ਰਹਿੰਦੇ ਆ, ਠੀਕ ਹੈ। ਆਪਦੀ ਬੋਡੀ ਨੂੰ ਡਾਈਜੈਸ਼ਨ ਜਾਂ ਫਿਰ ਅੰਦਰ ਹੀ ਕੁਝ ਕੁ ਜਿਹੜੇ ਜਿਵੇਂ ਇਮਿਊਨ ਸਿਸਟਮ ਹੈਗਾ ਆਪਣੇ 'ਚ, ਹੈ ਨਾ, ਰੈਗੂਲੇਟ ਕਰਦਾ ਰਹਿੰਦਾ। ਕੋਈ ਡਿਸੀਜ਼ ਆ ਉਹਨਾਂ ਨੂੰ ਜਿਵੇਂ ਫੀਵਰ ਵਗੈਰਾ ਹੋ ਜਾਂਦਾ ਕਈ ਵਾਰ, ਉਹ ਆਪਣੇ ਆਪ ਠੀਕ ਹੋ ਜਾਂਦਾ ਕਿਉਂਕਿ ਰੈਗੂਲੇਸ਼ਨਸ ਚੱਲ ਰਹੀਆਂ ਬੋਡੀ ਦੇ ਵਿੱਚ, ਹੈ ਨਾ। ਤਾਂ ਇਸ ਤੋਂ ਬਿਨਾਂ ਅਸੀਂ ਲੈ ਸਕਦੇ ਹਾਂ ਜੈਨੇਟਿਕ ਮਟੀਰੀਅਲ। ਹੋਰੇ ਕੀ ਕਰਦੇ ਨੇ, ਜੈਨੇਟਿਕ ਮਟੀਰੀਅਲ ਲੈ ਕੇ ਜਾਂਦੇ ਆ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਦੇ ਵਿੱਚ, ਠੀਕ ਆ। ਤਾਂ ਇਹ ਵੀ ਇੱਕ ਕਰੈਕਟਰ ਆ ਲਿਵਿੰਗ ਬੀਇੰਗਸ ਦਾ, ਜਦੋਂ ਇਹ ਆਪਦੇ ਵਰਗੇ ਜੀਵ ਪੈਦਾ ਕਰਦੇ ਆ ਨਾ, ਤਾਂ ਆਪਦੇ ਜਿਹੜੇ ਹੈਗੇ ਆ ਮਟੀਰੀਅਲ ਆਪਦੇ ਵਰਗਾ, ਤਾਂ ਕਿ ਜੀਵ ਉਹਦੇ ਵਰਗਾ ਹੀ ਹੋਵੇ ਅਤੇ ਉਹਦੀ ਸਪੀਸੀਜ਼ ਕੰਟੀਨਿਊ ਰਹੇ, ਇਹ ਅਗਲੀ ਪੀੜ੍ਹੀ 'ਚ ਲੈ ਕੇ ਜਾਂਦੇ ਆ, ਠੀਕ ਆ। ਇਸ ਤੋਂ ਬਾਅਦ ਕੀ ਆ ਨੈਕਸਟ ਆਪਾਂ ਲੈ ਸਕਦੇ ਹਾਂ ਅਡੈਪਟੇਸ਼ਨਸ। ਅਡੈਪਟੇਸ਼ਨਸ 'ਚ ਕੀ ਹੁੰਦਾ ਕਿ ਇਹ ਜਿੱਥੇ ਰਹਿਣ, ਜੇ ਗਰਮੀ 'ਚ ਰਹਿੰਦੇ ਆ ਉੱਥੇ ਆਪਦੇ ਆਪ ਨੂੰ ਅਡੈਪਟ ਮਤਲਬ ਅਨੁਕੂਲ ਕਰ ਲੈਂਦੇ ਆ, ਜੇ ਇਹ ਸਰਦੀ 'ਚ ਰਹਿੰਦੇ ਆ ਤਾਂ ਸਰਦੀ 'ਚ ਆਪਦੇ ਆਪ ਨੂੰ ਅਡੈਪਟ ਕਰ ਲੈਂਦੇ ਆ। ਮਤਲਬ ਜਿੱਦਾਂ ਦੀ ਵੀ ਜਗ੍ਹਾ 'ਤੇ ਰਹਿਣਗੇ ਉੱਦਾਂ ਹੀ ਆਪਦੇ ਆਪ ਨੂੰ ਅਡੈਪਟ ਕਰ ਲੈਣਗੇ। ਸੋ ਇਹ ਕੁਝ ਕੁ ਕਰੈਕਟਰ ਆ ਜਿਹੜੇ ਲਿਵਿੰਗ ਬੀਇੰਗਸ ਦੇ ਹੈਗੇ ਆ, ਜੇ ਤੋਂ ਸਾਨੂੰ ਪਤਾ ਲੱਗ ਸਕਦਾ ਵੀ ਕੋਈ ਚੀਜ਼ ਲਿਵਿੰਗ ਆ, ਓਕੇ।